माजिद निजामी साहब। माजिद साहब वेलकम करने अपने प्रोग्राम दे विच। और पहला सवाल मैं करना चाहांगी कि बांग्लादेश दे विच 15 साल बाद ये इलैक्शन हुंदा पिया, ये पहला इलैक्शन है जो कि हसीना वाजिद और खालदा जिया तो बगैर हुंदा पिया। मजमूई तौर पर तुसी वैसे किस तरह का माहौल बांग्लादेश दे विच देखदे पे हैं? जी बहुत शुक्रिया तुहाडा। गल बिल्कुल ठीक है कि 15 साल जिहड़े इलैक्शनस होए ने उन्हां तिन्नां इलैक्शनां दे अंदर बड़े मसले मसाइल सन ते अपोजिशन ते इंटरनेशनल ऑब्जर्वर्स जिन्ने भी सी कंप्लेंट कर रहे सी। उन्हां दी शिकायत ये सी कि इन्हां इलैक्शनां दे अंदर रिगिंग हुई है, ट्रांसपेरेंसी नहीं है। इस वास्ते जिहड़े इलैक्शनस हो रहे ने इस तो पहले सानू याद रखना चाहिए कि 2 साल पहले जिहड़े मुजाहरे होए सन ਤੇ ਉਸ ਤੋਂ ਬਾਅਦ ਹਸੀਨਾ ਵਾਜਿਦ ਦੀ ਗਵਰਨਮੈਂਟ ਚਲੀ ਗਈ ਸੀ ਤੇ ਉਸ ਦੇ ਨਤੀਜੇ ਦੇ ਅੰਦਰ ਇਲੈਕਸ਼ਨਸ ਹੋ ਰਹੇ ਨੇ ਤੇ ਇਸ ਵਜ੍ਹਾ ਤੋਂ ਇਹਨਾਂ ਦੀ ਟ੍ਰਾਂਸਪੇਰੈਂਸੀ ਹਾਲੇ ਤੱਕ ਬਿਲਕੁਲ ਠੀਕ ਜਾ ਰਹੀ ਹੈ। ਮੈਂ ਪੋਲਿੰਗ ਸਟੇਸ਼ਨਸ ਵੀ ਵਿਜ਼ਿਟ ਕੀਤੇ ਨੇ, ਮੁxtਲਿਫ ਸਿਟੀਜ਼ ਦੇ ਅੰਦਰ ਵੀ ਗਿਆ ਹਾਂ ਤੇ ਕੋਈ ਇਸ ਤਰ੍ਹਾਂ ਦਾ ਵੱਡਾ ਵਾਕਿਆ ਇਨਸੀਡੈਂਟ ਨਹੀਂ ਵੇਖਿਆ ਨਾ ਰਿਪੋਰਟ ਹੋਇਆ ਜਿਹਦੇ ਬਾਰੇ ਚ ਅਸੀਂ ਕਹਿ ਸਕੀਏ ਕਿ ਇਲੈਕਸ਼ਨ ਦੀ ਜਿਹੜੀ ट्रांसपेरेंसी है वो मुतासिर हुई है। तो इस वास्ते जिन्नी भी पोलिंग हैगी ਉਹਦੇ ਅੰਦਰ ਕੋਈ ਵੱਡਾ ਮਸਲਾ ਨਹੀਂ ਆਇਆ ਤੇ ਹੁਣ ਵੇਖਣਾ ਹੈ ਕਿ ਅੱਜ ਖੌਫ ਤੋਂ ਬਾਹਰ ਨਿਕਲ ਕੇ ਜਿਹੜਾ ਇਹਨਾਂ ਲੋਕਾਂ ਨੇ ਵੋਟ ਦਿੱਤਾ ਹੈ ਤੇ ਫਿਰ ਹੁਣ ਵੇਖਣਾ ਕਿ ਉਹ ਜਮਾਤ ਇਸਲਾਮੀ ਵੱਲ ਜਾਂਦਾ ਜਾਂ BNP ਨੂੰ ਵੋਟ ਦਿੰਦੇ ਨੇ। अच्छा, तुसी अपने अखां दी मंजरनामी जिहड़ी ਉਹ किस तरह करना चाहोगे कि लोकां दे विच किस तरह दा जोश और वलवला जिहड़ा ना ਉਹ ਨਜ਼ਰ ਆ ਰਿਹਾ और खास करके नौजवानों ਦੇ ਵਿੱਚ? बिल्कुल जी जोश तो वलवला तो बिल्कुल है। दो ਜਿਹੜੇ पोलिंग स्टेशन होने मैं विजिट किए ने एक 2 ਵਜੇ तक ਜਿਹੜਾ ਮਾਮਲਾ ਸੀ ਉਹ ਤੇ ਥੋੜਾ ਜਿਹਾ ਸਲੋ ਸੀ लेकिन ਉਸ ਤੋਂ ਬਾਅਦ ਫਿਰ ਸਪੀਡ ਜਿਹੜੀ ਹੈ ਉਹ ਬਹੁਤ ਵੱਧ ਗਈ ਤੇ ਦੁਪਹਿਰ ਤੱਕ ਵੀ ਕਈ ਪੋਲਿੰਗ ਸਟੇਸ਼ਨ ਤੋਂ ਰਿਜ਼ਲਟਸ ਆਏ ਮਿਲ ਰਹੇ ਸੀ ਕਿ 60% ਟਰਨਆਊਟ ਹੈ। ਤੇ 60% ਟਰਨਆਊਟ ਦਾ ਮਤਲਬ ਹੈ ਕਿ ਅਗਰ ਦੁਪਹਿਰ ਤੱਕ ਤੇ ਸ਼ਾਮੀ ਵੇਲੇ ਜਿਹੜਾ ਟਰਨਆਊਟ ਸੀ ਉਹ ਹੋਰ ਉੱਤੇ ਚਲਾ ਗਿਆ ਸੀ। ਅੱਛਾ, ਤੇ ਇਸ ਚੀਜ਼ ਨੂੰ ਅਗਰ ਮੱਦੇਨਜ਼ਰ ਰੱਖੀਏ ਤੇ ਪਤਾ ਚੱਲਦਾ ਹੈ ਕਿ ਆਵਾਮ ਜਿਹੜੇ ਨੇ ਲੋਕੀ ਆ ਰਹੇ ਨੇ ਵੋਟ ਕਰਨ ਵਾਸਤੇ। ਦੂਸਰੀ ਜਿਹੜੀ ਗੱਲ ਤੁਸੀਂ ਯੂਥ ਦੀ ਕੀਤੀ ਉਹ ਬੜੀ ਇੰਪੋਰਟੈਂਟ ਇਸ ਵਾਸਤੇ ਹੈ ਕਿ ਪਿਛਲੀ ਗਵਰਨਮੈਂਟ ਨੂੰ ਢਾਣ ਵਾਸਤੇ ਯੂਥ ਨੇ ਬੜੀ ਕੰਟਰੀਬਿਊਸ਼ਨ ਦਿੱਤੀਆਂ, ਉਹਨਾਂ ਦਾ ਬੜਾ ਹਿੱਸਾ ਸੀ ਤੇ ਉਹ ਚਾਹੁੰਦੇ ਨੇ ਕਿ ਗਵਰਨਮੈਂਟ ਇਸ ਤਰ੍ਹਾਂ ਨਾ ਚੱਲੇ ਜਿਸ ਤਰ੍ਹਾਂ ਬਾਕੀ ਗਵਰਨਮੈਂਟਾਂ ਚੱਲਦੀਆਂ ਰਹੀਆਂ ਨੇ। ਲੋਕਾਂ ਨੂੰ ਸ਼ਿਕਾਇਤਾਂ ਹੈਗੀਆਂ ਨੇ, ਉਹਨਾਂ ਸ਼ਿਕਾਇਤਾਂ ਨੂੰ ਹੱਲ ਕੀਤਾ ਜਾਏ। ਇਸ ਵਾਸਤੇ ਫਿਰ ਰਿਫਾਰਮਸ ਦਾ ਜਿਹੜਾ ਏਜੰਡਾ ਹੈ ਉਹ ਵੀ ਡਿਸਕਸ ਕੀਤਾ ਜਾ ਰਿਹਾ ਹੈ। ਇੱਕ ਰੈਫਰੈਂਡਮ ਵੀ ਹੋ ਰਿਹਾ ਹੈ ਕਿ ਜਿਹੜੀ ਨਵੀਂ ਹਕੂਮਤ ਆਏਗੀ ਉਹ ਆਵਾਮ ਦੇ ਮਸਾਇਲ ਨੂੰ ਹੱਲ ਕਰਨ ਵਾਸਤੇ बड़े बड़े इनकलाबी इकदामात करेगी। तो रेफरेंडम भी हो रहा है, वो भी यूथ की जिहड़ी गल सी उहनूं मन के हो रहा है ते जिहड़ी भी नवी गवर्नमेंट आएगी उस सारे मसले नूं 180 दिनां दे अंदर अंदर वेखेगी, उहनूं हल करेगी। कोई नवे कानून बनाने होणगे ते वो बनाएगी। ये सारा क्रेडिट मेरा ख्याल है यूथ नूं जांदा है कि जिन्हें इस सारी चीज के अंदर कुर्बानी दी है, उन्होंने काम किया है, उन्होंने कुट खाधी है ਤੇ ਉਸ ਤੋਂ ਬਾਅਦ ਉਹ ਕਾਮਯਾਬ ਹੋ ਗਏ। ਬਿਲਕੁਲ ਸਹੀ। ਅੱਛਾ, ਜਿਹੜਾ ਇਹ ਬੰਗਲਾਦੇਸ਼ ਦਾ ਜਿਹੜਾ ਇੰਤਖਾਬੀ ਮਾਰਕਾ ਹੈ ਉਹਦੇ ਵਿੱਚ ਅਸਲ ਮੁਕਾਬਲਾ ਜਿਹੜਾ ਹੈਗਾ ਉਹ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਔਰ ਜਮਾਤ ਇਸਲਾਮੀ ਦੇ ਜਿਹੜਾ ਜ਼ੇਰੇ ਕਿਆਦਤ ਹੈ ਉਹਦੇ ਇਤਿਹਾਦ ਦੇ ਦਰਮਿਆਨ ਹੈ। ਤੁਹਾਡੇ ਨਜ਼ਦੀਕ ਕਿਹਦਾ ਜਿਹੜਾ ਪੱਲਾ ਹੈ ਉਹ ਭਾਰੀ ਦਿਖਾਈ ਦਿੰਦਾ ਪਿਆ? ਦੇਖੋ ਜੀ, ਇਸ ਬਾਰੇ 3 ਵੱਡੇ ਸਰਵੇ ਆਏ ਨੇ ਤੇ ਤਿੰਨੋਂ ਸਰਵੇਆਂ ਦੇ ਅੰਦਰ ਜਿਹੜੀ ਗੱਲ ਕੀਤੀ ਗਈ ਹੈ ਉਹ ਬੜੀ ਦਿਲਚਸਪ ਹੈਗੀ ਹੈ। सारे जिन्ने भी सर्वे ने उन्होंने अंदर कुछ ज्यादा फर्क नहीं है। किहड़ी जगह ते जमात इस्लामी अगे है ते किसी जगह ते उन्होंने BNP ਨੂੰ ਅੱਗੇ ਕੀਤਾ ਹੈ। ਤੇ ਜਿਹੜਾ ਟੋਟਲ ਇੱਥੇ ਚੱਲ ਰਿਹਾ ਹੈ ਉਹਨੂੰ ਵੇਖ ਕੇ ਅੰਦਾਜ਼ਾ ਹੋ ਰਿਹਾ ਹੈ ਕਿ ਮੁਕਾਬਲਾ ਜਿਹੜਾ ਹੈ ਉਹ ਬੜਾ ਸਖਤ ਹੋਏਗਾ। ਤੇ ਥੋੜਾ ਜਿਹਾ ਜਿਹੜਾ BNP ਦਾ ਵੋਟਰ ਹੈ ਉਹ ਐਕਟਿਵ ਜ਼ਿਆਦਾ ਨਜ਼ਰ ਆਇਆ ਹੈ ਤੇ ਸੋਸ਼ਲ ਮੀਡੀਆ ਤੇ ਜਮਾਤ ਇਸਲਾਮੀ ਅੱਗੇ ਹੈ। ਤੇ ਉਹ ਦੇਖਣਾ ਹੈ ਕਿ ਜਿਹੜਾ ਸੋਸ਼ਲ ਮੀਡੀਆ ਹੈ ਜਾਂ ਯੂਥ ਦਾ ਜਿਹੜਾ ਕੰਟਰੀਬਿਊਸ਼ਨ ਹੈਗਾ ਉਹ ਵੋਟ ਦੇ ਅੰਦਰ ਕਨਵਰਟ ਹੋਏਗਾ ਜਾਂ ਨਹੀਂ ਹੋਏਗਾ। ਅਗਰ ਤੇ ਹੋ ਜਾਏਗਾ ਤੇ ਫਿਰ ਯੂਥ ਦਾ ਜਿਹੜਾ ਜਮਾਤ ਇਸਲਾਮੀ ਨਾਲ ਅਲਾਈਅੰਸ ਹੈਗਾ ਉਹ ਵੀ ਕਾਮਯਾਬ ਹੋਏਗਾ ਤੇ ਜਮਾਤ ਇਸਲਾਮੀ ਵੀ ਕਾਮਯਾਬ ਹੋ ਜਾਏਗੀ। ਅੱਛਾ, ਵੈਸੇ ਜਿਹੜਾ ਤੁਸੀਂ ਯੂਥ ਦੀ ਵੈਸੇ ਗੱਲ ਕੀਤੀ ਹੈ
ਖਾਸ ਕਰਕੇ ਜਿਹੜੀ ਟਰਮ ਇਸਤੇਮਾਲ ਹੁੰਦੀ ਹੈ ਜੈਨਜ਼ੀਸ ਵਾਸਤੇ, ਇਸ ਇਲੈਕਸ਼ਨਸ ਦੇ ਵਿੱਚ ਜੈਨਜ਼ੀ ਦਾ ਕਿਰਦਾਰ ਕਹਿੰਦੇ ਜੀ ਕਿ ਬੜਾ ਇੰਤਹਾਈ ਅਹਿਮੀਅਤ ਦਾ ਹਾਮਿਲ ਹੈ। ਤੁਹਾਡੇ ਨਜ਼ਦੀਕ ਕਿੰਨੀ ਕੁ ਅਹਿਮੀਅਤ ਦਾ ਹਾਮਿਲ ਹੈ? ਕਿੰਨਾ ਕੁ ਵੋਟ ਜਿਹੜਾ ਨਾ ਵੋਟਰ ਟਰਨ ਆਊਟ ਹੋਏਗਾ ਜੈਨਜ਼ੀ ਦੀ ਤਰਫੋਂ? ਦੇਖੋ ਜੀ 45 ਲੱਖ ਨਵਾਂ ਵੋਟਰ ਜਿਹੜਾ ਉਹ ਸਿਸਟਮ ਦੇ ਅੰਦਰ ਸ਼ਾਮਿਲ ਹੋਇਆ ਤੇ 45 ਲੱਖ ਇੱਕ ਬੜੀ ਤਾਦਾਦ ਹੁੰਦੀ ਹੈ। ਇਸ ਤਰ੍ਹਾਂ ਜਿਹੜੇ 18 ਤੋਂ 36 ਸਾਲ ਦੇ ਨੌਜਵਾਨ ਹੈਗੇ ਨੇ, ਯੂਥ ਹੈਗੀ ਹੈ, ਉਹਨਾਂ ਦੀ ਤਾਦਾਦ 4 ਕਰੋੜ ਤੋਂ ਜ਼ਿਆਦਾ ਹੈ, ਬਲਕਿ 5 ਕਰੋੜ ਦੇ ਆਸੇ-ਪਾਸੇ ਹੈ। ਤੇ 5 ਕਰੋੜ ਅਗਰ ਯੂਥ ਦਾ ਵੋਟਰ ਹੈ ਤੇ ਉਹ ਡੈਫੀਨਿਟਲੀ ਆਪਣਾ ਰੋਲ ਪਲੇ ਕਰ ਰਿਹਾ ਤੇ ਉਹਨਾਂ ਨੇ ਇੱਕ ਸਕਸੈਸਫੁਲ ਪ੍ਰੋਜੈਕਟ ਕਰਕੇ ਦਿੱਤਾ ਹੈ। ਜਿਹੜਾ ਅਸੀਂ ਵੇਖਿਆ ਕਿ ਉਹਨਾਂ ਨੇ ਕੋਟਾ ਸਿਸਟਮ ਦੇ ਖਿਲਾਫ ਮੁਜ਼ਾਹਰੇ ਕੀਤੇ, ਉਹਨਾਂ ਨੇ ਮਾਰਾਂ ਖਾਧੀਆਂ, ਲੇਕਿਨ ਉਹ ਕਾਮਯਾਬ ਹੋ ਕੇ ਤੇ ਉਹਨਾਂ ਨੇ ਕੋਟਾ ਸਿਸਟਮ ਵੀ ਖਤਮ ਕਰਵਾਇਆ ਤੇ ਗਵਰਨਮੈਂਟ ਵੀ ਖਤਮ ਕਰਵਾਈ। ਤੇ ਇਸ ਵਾਸਤੇ ਲੱਗਦਾ ਹੈ ਕਿ ਇਸ ਇਲੈਕਸ਼ਨ ਦੇ ਅੰਦਰ ਵੀ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਬੜਾ ਅਹਿਮ ਹੈ। ਤੇ ਉਹਨੇ ਜਿਹੜੇ ਰਿਜ਼ਲਟ ਆਉਣਾ ਸ਼ੁਰੂ ਹੋ ਜਾਣਗੇ ਰਾਤ ਨੂੰ ਤੇ ਪਤਾ ਚੱਲ ਜਾਏਗਾ ਕਿ ਉਹਨਾਂ ਦੇ ਕਿੰਨੇ ਮੁੰਡੇ ਜਿਹੜੇ ਹੈਗੇ ਨੇ ਉਹ ਕਾਮਯਾਬ ਹੋਏ ਨੇ ਤੇ ਕੀ ਉਹਨਾਂ ਦਾ ਹਿਸਾਬ ਕਿਤਾਬ ਰਿਹਾ। ਬਿਲਕੁਲ ਸਹੀ। ਅੱਛਾ ਦੇਖੋ, ਤੁਹਾਨੂੰ ਪਤਾ ਹੀ ਹੈ ਕਿ ਪਹਿਲੇ ਬੰਗਲਾਦੇਸ਼ ਔਰ ਪਾਕਿਸਤਾਨ ਦੇ ਜਿਹੜੇ ਤਾਲੁਕਾਤ ਨੇ ਹਸੀਨਾ ਵਾਜਿਦ ਦੇ ਦੌਰ ਦੇ ਵਿੱਚ ਕੋਈ ਇੰਨੇ ਖਾਸ ਨਹੀਂ ਹੁੰਦੇ ਸੀ। ਪਾਕਿਸਤਾਨ ਔਰ ਬੰਗਲਾਦੇਸ਼ ਦੇ ਦਰਮਿਆਨ ਜਿਹੜੇ ਮਿਸਾਲੀ ਤਾਲੁਕਾਤ ਨੇ ਇਸ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਕਿਦਾਂ ਦੇ ਨਜ਼ਰ ਆ ਰਹੇ ਨੇ? ਜੀ ਬਿਲਕੁਲ, ਪਾਕਿਸਤਾਨੀ ਹਕੂਮਤ ਨੇ ਤੇ ਸਾਰੀ ਪਾਰਟੀਆਂ ਨਾਲ ਗੱਲ ਕੀਤੀ ਹੈ ਤੇ ਜਿੰਨੇ ਵੀ ਲੋਕ ਇਲੈਕਸ਼ਨ 'ਚ ਹਿੱਸਾ ਲੈ ਰਹੇ ਨੇ ਪਾਕਿਸਤਾਨ ਨੇ ਤੇ ਇਹ ਕਿਹਾ ਕਿ ਅਸੀਂ ਸਾਰਿਆਂ ਦੇ ਨਾਲ ਮਿਲ ਕਰ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਅਸੀਂ ਕਿਸੇ ਪਾਰਟੀ ਨਾਲ ਨਾ ਕੰਮ ਕਰੀਏ ਬਲਕਿ ਅਸੀਂ ਬੰਗਲਾਦੇਸ਼ ਦੇ ਮੁਲਕ ਦੇ ਨਾਲ ਕੰਮ ਕਰੀਏ। ਇਹ ਬੜੀ ਅੱਛੀ ਅਪਰੋਚ ਹੈ ਤੇ ਜਿਹੜੀ BNP ਪਾਰਟੀ ਹੈ ਤੇ ਜਿਹੜੀ ਜਮਾਤ ਇਸਲਾਮੀ ਪਾਰਟੀ ਹੈ, ਦੋਨਾਂ ਦੀ ਤਰਫੋਂ ਬੜਾ ਵੈਲਕਮਿੰਗ ਐਟੀਟਿਊਡ ਹੈ। ਅਸੀਂ ਲੋਕਾਂ ਨੂੰ ਪੁੱਛਿਆ ਵੀ ਹੈ, ਮਿਲੇ ਵੀ ਆ, ਉਹਨਾਂ ਪਾਰਟੀਆਂ ਦੇ ਦਫ਼ਤਰਾਂ 'ਚ ਵੀ ਗਏ ਆ ਤੇ ਉਹ ਬਿਲਕੁਲ ਇਸ ਗੱਲ ਤੇ ਕਹਿੰਦੇ ਨੇ ਕਿ ਜਿਹੜੀ ਉਹਨਾਂ ਨੂੰ ਸ਼ਿਕਾਇਤ ਇੰਡੀਆ ਨਾਲ ਹੈ ਉਹ ਵੀ ਦੱਸਦੇ ਨੇ ਕਿ ਉਹਨਾਂ ਦਾ ਜਿਹੜਾ ਇਨਫਲੂਐਂਸ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਜਿਹੜੀ ਸਾਡੀ ਇੰਡੀਪੈਂਡੈਂਸ ਹੈਗੀ ਹੈ ਜਾਂ ਸਾਡੀ ਸੋਵਰੈਨਿਟੀ ਹੈਗੀ ਹੈ ਉਹ ਬੜੀ ਮੁਤਾਸਿਰ ਹੋ ਗਈ ਸੀ। ਇਸ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੀ ਮੁਲਕ ਸਾਡੇ ਨਾਲ ਗੱਲ ਕਰੇ ਉਹ ਬਰਾਬਰੀ ਦੇ ਬੁਨਿਆਦ ਤੇ ਕਰੇ, ਇਹਤਰਾਮ ਨਾਲ ਕਰੇ ਤੇ ਅਸੀਂ ਉਹਦੇ ਨਾਲ ਚੱਲਣ ਨੂੰ ਬਿਲਕੁਲ ਤਿਆਰ ਆ। ਠੀਕ ਹੋ ਗਿਆ, ਮਤਲਬ ਲਾਈਕ ਹੁਣ ਜਿਹੜਾ ਇਹ T20 ਵਰਲਡ ਕੱਪ ਵਾਲਾ ਜਿਹੜਾ ਮੁਕਾਬਲਾ ਚੱਲਿਆ ਹੈ ਕਿ ਪਾਕਿਸਤਾਨ ਨੇ T20 ਵਰਲਡ ਕੱਪ ਦੇ ਵਿੱਚ ਜਿਹੜੀ ਬੰਗਲਾਦੇਸ਼ ਦੀ ਇੱਜ਼ਤ ਹੈ ਉਹ ਨਾ ਸਿਰਫ ਬਹਾਲ ਕੀਤੀ ਹੈ ਬਲਕਿ ਉਹਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ। ਇਸ ਜਿਹੜਾ ਇਹ ਰੱਦ-ਏ-ਅਮਲ ਆਇਆ ਹੈ ਇਹਦੇ ਉੱਤੇ ਬੰਗਲਾਦੇਸ਼ ਦੀ ਆਵਾਮ ਦਾ ਕੀ ਕਹਿਣਾ ਹੈ? ਵੈਸੇ ਜੀ ਬਿਲਕੁਲ, ਉਹ ਬੜੇ ਪੋਜ਼ਿਟਿਵ ਹੈਗੇ ਨੇ ਤੇ ਉਹਨਾਂ ਨੇ ਇਸ ਦੀ ਤਾਰੀਫ ਵੀ ਕੀਤੀ ਹੈ ਤੇ ਇਸ ਦੇ ਨਾਲ ਉਹਨਾਂ ਦੀ ਜਿਹੜੀ ਹਕੂਮਤ ਹੈ ਉਹਨੇ ਬਕਾਇਦਾ ਇੱਥੇ ਜਿਹੜੇ ਸਫਾਰਤੀ ਅਮਲਾ ਹੈ ਉਹਦਾ ਵੀ ਸ਼ੁਕਰੀਆ ਅਦਾ ਕੀਤਾ। ਫਿਰ ਇਸੇ ਤਰ੍ਹਾਂ PCB ਦੇ ਜਿਹੜੇ ਲੋਕ ਹੈਗੇ ਨੇ ਉਹ ਵੀ ਰਾਬਤੇ 'ਚ ਹੈਗੇ ਨੇ ਤੇ ਉਹ ਇੱਕ ਟੈਸਟਿੰਗ ਟਾਈਮ ਹੈਗਾ ਸੀ ਤੇ ਪਾਕਿਸਤਾਨ ਨੇ ਬੜੀ ਅੱਛੀ ਹਿਕਮਤ ਅਮਲੀ ਅਪਣਾ ਕੇ ਤੇ ਉਹਨਾਂ ਨੂੰ ਕਾਮਯਾਬ ਕਰਾਇਆ ਤੇ ਇਸ ਗੱਲ ਤੇ ਇੱਥੇ ਬੜੀ ਖੁਸ਼ੀ ਹੈ। ਤੇ ਇਸ ਤੋਂ ਇਲਾਵਾ ਵੀ ਉਹ ਚਾਹੁੰਦੇ ਨੇ ਕਿ ਕਲਚਰ ਹੋਵੇ, ਪੋਲਿਟਿਕਸ ਹੋਵੇ, ਬਿਜ਼ਨਸ ਹੋਵੇ, ਉਹ ਬਿਲਕੁਲ ਸਾਡੇ ਨਾਲ ਚੱਲਣ ਨੂੰ ਤਿਆਰ ਹੈਗੇ ਨੇ ਤੇ ਉਹ ਜਿਹੜੇ ਵੀ ਕੋਈ ਪੁਰਾਣੇ ਮਸਲੇ ਮਸਾਇਲ ਹੈਗੇ ਸਨ ਉਹ ਤੇ ਤੁਹਾਨੂੰ ਤੇ ਸਾਨੂੰ ਪਤਾ ਹੈ, ਲੇਕਿਨ ਇਸ ਤੋਂ ਬਾਵਜੂਦ ਉਹ ਕਹਿੰਦੇ ਨੇ ਕਿ ਅੱਗੇ ਦੀ ਗੱਲ ਕਰੀਏ ਤੇ ਮੁਸਤਕਬਲ ਦੇ ਬਾਰੇ ਸੋਚੀਏ ਤੇ ਜਿਹੜੀ ਯੂਥ ਹੈਗੀ ਹੈ ਦੋਵਾਂ ਮੁਲਕਾਂ ਦੀ ਉਹ ਮਿਲ ਕੇ ਕੰਮ ਕਰੇ ਤੇ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਨੇ। ਅੱਛਾ, ਵੈਸੇ ਮਾजिद ਨਿਜ਼ਾਮੀ ਸਾਹਿਬ, ਕਿਉਂਕਿ ਜਿਸ ਤਰ੍ਹਾਂ ਹਸੀਨਾ ਵਾਜਿਦ ਦੇ ਦੌਰ ਦੇ ਵਿੱਚ ਬੜਾ ਇੱਕ ਖਾਸ ਕਿਸਮ ਦਾ ਝੁਕਾਓ ਸੀ ਭਾਰਤ ਦੇ ਨਾਲ ਬੰਗਲਾਦੇਸ਼ ਦਾ, ਹੁਣ ਇਹ ਜਿਹੜੇ ਇਲੈਕਸ਼ਨਸ ਨੇ ਇਹ ਕਿੰਨੀ ਇੱਕ ਅਹਿਮੀਅਤ ਦੇ ਹਾਮਿਲ ਨੇ ਭਾਰਤ ਵਾਸਤੇ ਵੀ? ਜੀ ਬਿਲਕੁਲ, ਬੜਾ ਇੰਪੋਰਟੈਂਟ ਕੁਐਸਚਨ ਇਸ ਵਾਸਤੇ ਹੈ ਕਿ ਇੰਡੀਆ ਤੇ ਬੰਗਲਾਦੇਸ਼ ਦੀ ਜਿਹੜੀ ਸਰਹੱਦ ਹੈਗੀ ਉਹ ਸਾਂਝੀ ਹੈ। ਬਿਲਕੁਲ। ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਪੜੋਸੀ ਹੋਏ ਨੇ ਉਹ ਬਦਲੇ ਨਹੀਂ ਜਾ ਸਕਦੇ। ਇਸ ਤੋਂ ਵੱਧ ਕੇ ਕੋਈ 50 ਦੇ ਕਰੀਬ ਛੋਟੇ ਵੱਡੇ ਦਰਿਆ ਹੈਗੇ ਨੇ ਜਿਹੜੇ ਇੰਡੀਆ ਤੋਂ ਬੰਗਲਾਦੇਸ਼ ਜਾਂ ਬੰਗਲਾਦੇਸ਼ ਤੋਂ ਇੰਡੀਆ ਜਾਂਦੇ ਨੇ ਤੇ ਇਸ ਵਾਸਤੇ ਇੰਡੀਆ ਦਾ ਜਿਹੜਾ ਉਹ ਮੌਕਫ ਹੈਗਾ ਕਿ ਜੀ ਸਾਡੀ ਰੈੱਡ ਲਾਈਨ ਹੈਗੀ ਹੈ, ਉਸ ਤੇ ਉਹਨਾਂ ਨੂੰ ਰੀਥਿੰਕ ਕਰਨਾ ਪਏਗਾ। ਉਸ ਤੋਂ ਇਲਾਵਾ ਉਹਨਾਂ ਕੋਲ ਆਪਸ਼ਨ ਨਹੀਂ ਹੈ। ਪਿਛਲੇ ਦਿਨੋਂ ਜਮਾਤ ਇਸਲਾਮੀ ਬੰਗਲਾਦੇਸ਼ ਦੇ ਅਮੀਰ ਸ਼ਫੀकुर रहमान साहब ने